ਅੱਜ ਦੇ ਲੈਕਚਰ ਵਿੱਚ ਆਪਾਂ ਪੋਲੀਨੋਮੀਅਲਸ ਦੀ ਰਿਪਰੈਜ਼ੈਂਟੇਸ਼ਨ ਨੂੰ ਚੰਗੀ ਤਰ੍ਹਾਂ ਸਮਝਾਂਗੇ। ਸੋ ਲੈਟਸ ਸੇ ਕਿ ਮੇਰੇ ਕੋਲ ਇਹ ਪੋਲੀਨੋਮੀਅਲ ਹੈ 3x ਸਕੁਆਇਰ ਪਲੱਸ 5x ਪਲੱਸ 7। ਇਸ ਪੋਲੀਨੋਮੀਅਲ ਨੂੰ ਮੈਂ ਕੋਈ ਵੀ ਨਾਮ ਦੇ ਸਕਦੀ ਹਾਂ ਤੇ ਇਹਨੂੰ ਰੈਫਰ ਕਰ ਸਕਦੀ ਹਾਂ ਉਸ ਨਾਮ ਦੇ ਨਾਲ। ਨਾਮ ਤੋਂ ਭਾਵ ਹੈ ਕਿ ਕੋਈ ਲੈਟਰ ਯੂਜ਼ ਕਰ ਸਕਦੇ ਹਾਂ। ਫॉर ਐਗਜ਼ਾਮਪਲ ਮੈਂ ਇਸ ਨੂੰ ਕਹਿ ਸਕਦੀ ਹਾਂ that this is a polynomial p। ਇਸ ਨੂੰ ਤੁਸੀਂ ਪੋਲੀਨੋਮੀਅਲ q ਵੀ ਕਹਿ ਸਕਦੇ ਹੋ। let q equals to 3x square plus 5x plus 7। ਇੱਥੇ ਤੁਸੀਂ ਕੋਈ ਵੀ ਨਾਮ ਆਪਣੇ ਵੱਲੋਂ ਯੂਜ਼ ਕਰ ਸਕਦੇ ਹੋ। ਆਪਣੀ ਟੈਕਸਟ ਬੁੱਕਸ ਵਿੱਚ ਤੁਸੀਂ ਦੇਖੋਗੇ ਕਿ ਪੋਲੀਨੋਮੀਅਲਸ ਨੂੰ ਰੈਫਰ ਕਰਨ ਲਈ ਜਦੋਂ ਲੈਟਰਸ ਯੂਜ਼ ਹੁੰਦੇ ਨੇ, ਜਨਰਲੀ ਉਹਨਾਂ ਅੱਗੇ ਬ੍ਰੈਕਟ ਹੁੰਦੀ ਹੈ ਤੇ ਬ੍ਰੈਕਟ ਵਿੱਚ ਵੇਰੀਏਬਲ ਹੁੰਦਾ ਹੈ px qx। ਇਹ ਜਿਹੜਾ ਵੇਰੀਏਬਲ ਹੁੰਦਾ ਹੈ ਇਹ ਦੱਸਦਾ ਹੈ ਕਿ ਜਿਹੜਾ ਪੋਲੀਨੋਮੀਅਲ ਨੂੰ ਤੁਸੀਂ ਰੈਫਰ ਕਰ ਰਹੇ ਹੋ ਉਸ ਪੋਲੀਨੋਮੀਅਲ ਵਿੱਚ ਕਿਹੜਾ ਵੇਰੀਏਬਲ ਯੂਜ਼ ਹੋ ਰਿਹਾ ਹੈ। ਫॉर ਐਗਜ਼ਾਮਪਲ ਇੱਥੇ x ਯੂਜ਼ ਹੋ ਰਿਹਾ ਹੈ, ਇਸ ਲਈ q ਦੇ ਨਾਲ ਆਪਾਂ ਬ੍ਰੈਕਟ ਵਿੱਚ x ਲਿਖ ਦਿਆਂਗੇ। ਆਪਾਂ ਪਿਛਲੀਆਂ ਕਲਾਸਿਸ ਵਿੱਚ ਸਮਝਿਆ ਸੀ ਕਿ ਜਿਹੜੇ ਵੇਰੀਏਬਲਸ ਹੁੰਦੇ ਨੇ ਉਹਨਾਂ ਨੂੰ ਵੀ ਆਪਾਂ ਕਿਸੇ ਵੀ ਨਾਮ ਦੇ ਨਾਲ ਜਾਂ ਕਿਸੇ ਵੀ ਲੈਟਰ ਦੇ ਨਾਲ ਡਿਨੋਟ ਕਰ ਸਕਦੇ ਹਾਂ। ਸੋ ਫॉर ਐਗਜ਼ਾਮਪਲ ਜਿਹੜਾ q ਹੈ, ਇਹ ਸੇਮ ਪੋਲੀਨੋਮੀਅਲ ਮੈਂ x ਦੀ ਜਗ੍ਹਾ y ਯੂਜ਼ ਕਰ ਸਕਦੀ ਹਾਂ 3y ਸਕੁਆਇਰ ਪਲੱਸ 5y ਪਲੱਸ 7। ਇਹ ਦੋਨਾਂ ਵਿੱਚ ਜਿਹੜੇ ਵੇਰੀਏਬਲਸ ਨੇ ਉਹਨਾਂ ਨੂੰ ਅਲੱਗ ਤਰੀਕੇ ਦੇ ਨਾਲ ਡਿਨੋਟ ਕੀਤਾ ਹੈ। ਇੱਥੇ ਜਿਹੜਾ ਸੈਕਿੰਡ ਹੈ ਉਸ ਵਿੱਚ ਮੈਂ x ਯੂਜ਼ ਕੀਤਾ ਹੈ, ਜਿਹੜਾ ਥਰਡ ਹੈ ਇਹਦੇ ਵਿੱਚ ਮੈਂ y ਨੂੰ ਐਜ਼ ਅ ਵੇਰੀਏਬਲ ਰੱਖਿਆ ਹੈ। ਸੋ ਇੱਥੇ q ਦੇ ਨਾਲ ਜਿਹੜੀ ਬ੍ਰੈਕਟ ਹੈ ਉੱਥੇ ਕੀ ਆ ਜਾਏਗਾ y, ਕਿਉਂਕਿ ਇਸ q ਪੋਲੀਨੋਮੀਅਲ ਵਿੱਚ ਵੇਰੀਏਬਲ ਕਿਹੜਾ ਯੂਜ਼ ਹੋ ਰਿਹਾ ਹੈ y। ਸੋ ਇਸ ਤਰੀਕੇ ਦੇ ਨਾਲ ਤੁਸੀਂ ਕੋਈ ਵੀ ਲੈਟਰ ਯੂਜ਼ ਕਰਦੇ ਹੋ, ਤੁਸੀਂ ਇਹ ਕਹਿ ਸਕਦੇ ਹੋ ਲੈਟ ਦੀ ਪੋਲੀਨੋਮੀਅਲ sy ਇਕੁਅਲਸ ਟੂ 3y ਸਕੁਆਇਰ ਪਲੱਸ 5y ਪਲੱਸ 7। ਤੋਂ ਆਪਾਂ ਕੀ ਸਮਝਦੇ ਹਾਂ ਕਿ ਕਦੇ ਵੀ ਤੁਹਾਨੂੰ ਕੋਈ ਵੀ ਪੋਲੀਨੋਮੀਅਲ ਰੈਫਰ ਕੀਤਾ ਜਾਵੇ ਕਿ ਮੰਨ ਲਓ ਕਿ ਕੋਈ ਪੋਲੀਨੋਮੀਅਲ ਹੈ fu, ਤਾਂ ਤੁਸੀਂ ਸਮਝ ਜਾਓ ਕਿ ਉਸ ਪੋਲੀਨੋਮੀਅਲ ਵਿੱਚ ਵੇਰੀਏਬਲ ਕਿਹੜਾ ਹੈ u ਯੂਜ਼ ਹੋ ਰਿਹਾ ਹੈ। ਤੁਹਾਨੂੰ ਹੋਰ ਕੋਈ ਪੋਲੀਨੋਮੀਅਲ ਵੀ ਦੇ ਸਕਦੀ ਹਾਂ gh, ਉਹਦੇ ਵਿੱਚ ਕਿਹੜਾ ਵੇਰੀਏਬਲ ਹੈ h। ਸੋ ਕਿਸੇ ਵੀ ਲੈਟਰ ਨੂੰ ਮੈਂ ਪੋਲੀਨੋਮੀਅਲ ਨੂੰ ਰੈਫਰ ਕਰਨ ਲਈ ਯੂਜ਼ ਕਰ ਸਕਦੀ ਹਾਂ ਤੇ ਬ੍ਰੈਕਟ ਵਿੱਚ ਜਿਹੜਾ ਵੇਰੀਏਬਲ ਹੈ ਉਸ ਪੋਲੀਨੋਮੀਅਲ ਵਿੱਚ ਉਸ ਦਾ ਇਸਤੇਮਾਲ ਕਰ ਸਕਦੀ ਹਾਂ। ਇਹ ਜਿਹੜੀ ਲਾਸਟ ਐਗਜ਼ਾਮਪਲ ਹੈ ਮੈਂ ਇਸ ਨੂੰ ਸਿੰਪਲੀ s ਵੀ ਕਹਿ ਸਕਦੀ ਹਾਂ। let the polynomial be s which is 3y square plus 5y plus 7। ਇਹ ਵੀ ਸਹੀ ਹੈ। ਸੋ ਇਹਦੇ ਨਾਲ ਬ੍ਰੈਕਟ ਵਿੱਚ ਵੇਰੀਏਬਲ ਨੂੰ ਲਿਖਣਾ ਕੋਈ ਮੈਂਡੇਟਰੀ ਨਹੀਂ ਹੁੰਦਾ, ਇਹ ਜ਼ਰੂਰੀ ਨਹੀਂ ਹੁੰਦਾ। ਫਰਕ ਸਿਰਫ ਇੰਨਾ ਹੈ ਕਿ ਇਹਦੇ ਨਾਲ ਰਿਪਰੈਜ਼ੈਂਟੇਸ਼ਨ ਜਿਹੜੀ ਕੰਪਲੀਟ ਹੋ ਜਾਂਦੀ ਹੈ ਤੇ ਬ੍ਰੈਕਟ ਵਿੱਚ ਜੇ ਆਪਾਂ ਲਿਖੀਏ ਤਾਂ ਇਹ ਪਤਾ ਚੱਲ ਜਾਂਦਾ ਕਿ ਅੱਛਾ ਜਿਹੜਾ ਪੋਲੀਨੋਮੀਅਲ ਹੈ ਉਹਦੇ ਵਿੱਚ ਵੇਰੀਏਬਲ ਕਿਹੜਾ ਹੈ। ਇਸ ਨੂੰ ਨਹੀਂ ਵੀ ਲਿਖੋਗੇ ਤਾਂ ਵੀ ਠੀਕ ਹੈ। ਹੁਣ ਆਪਾਂ ਆਪਣੇ ਅਗਲੇ ਸੈਗਮੈਂਟ ਵੱਲ ਵਧਦੇ ਹਾਂ, ਕਹਾਂਗੇ ਜਨਰਲ ਫਾਰਮ ਆਫ ਅ ਪੋਲੀਨੋਮੀਅਲ। ਸਾਰੇ ਨਾਲੋਂ ਪਹਿਲਾਂ ਆਪਾਂ ਜਨਰਲ ਫਾਰਮ ਲਿਖਦੇ ਹਾਂ, ਫਿਰ ਉਸ ਨੂੰ ਸਮਝਾਂਗੇ। ਜਨਰਲ ਫਾਰਮ ਦਾ ਨਾਮ ਮੈਂ ਦਿੱਤਾ p ਤੇ ਇਸ ਨੂੰ ਆਪਾਂ x ਵੇਰੀਏਬਲ ਵਿੱਚ ਲਿਖਾਂਗੇ। ਲੈਟ ਦਾ ਪੋਲੀਨੋਮੀਅਲ ਵੀ px। ਸਭ ਤੋਂ ਪਹਿਲਾਂ ਆਏਗਾ a ਦੇ ਪੈਰਾਂ ਵਿੱਚ ਆਪਾਂ n ਲਿਖਾਂਗੇ। ਪੈਰਾਂ ਵਿੱਚ ਜਦੋਂ ਇਹਨੂੰ ਲਿਖੀਦਾ ਉਹਨੂੰ ਕਹਿੰਦਾ ਆਪਾਂ ਸਬਸਕ੍ਰਿਪਟ। ਸੋ a ਸਬਸਕ੍ਰਿਪਟ n, x ਜਿਹੜਾ ਵੇਰੀਏਬਲ ਹੈ ਇਸ ਦੀ ਪਾਵਰ n। ਸੈਕਿੰਡ ਟਰਮ ਜਿਹੜੀ ਹੈ ਉਹ ਹੈ a n-1। ਸਬਸਕ੍ਰਿਪਟ ਵਿੱਚ ਆਪਾਂ n-1 ਲਿਖਾਂਗੇ, ਇਸ ਨੂੰ ਮਲਟੀਪਲਾਈ ਕਰਾਂਗੇ ਵੇਰੀਏਬਲ ਦੇ ਨਾਲ, ਪਾਵਰ ਇਹ ਵੀ ਆ ਜਾਏਗੀ n-1। ਸਿਮਿਲਰਲੀ ਪਲੱਸ a n-2 ਹੋ ਜਾਏਗਾ, ਮਲਟੀਪਲਾਈ ਹੋਗਾ ਵੇਰੀਏਬਲ ਦੇ ਨਾਲ, ਵੇਰੀਏਬਲ ਦੀ ਪਾਵਰ ਆ ਜਾਏਗੀ n-2। ਸਿਮਿਲਰਲੀ ਕੰਟੀਨਿਊ ਹੋਏਗੀ। ਆਖਰੀ ਜਿਹੜੀਆਂ ਦੋ ਟਰਮਸ ਹੋਣਗੀਆਂ a1, ਇਹ ਮਲਟੀਪਲਾਈ ਹੋਏਗਾ x ਪਾਵਰ 1 ਦੇ ਨਾਲ, ਤੇ ਲਾਸਟ ਦੀ ਜਿਹੜੀ ਟਰਮ ਹੋਏਗੀ ਉਹ ਹੋਏਗੀ a0 ਜਾਂ a0 ਵੀ ਕਹਿ ਦਿੰਦੇ ਆ ਇਹਨੂੰ, ਤੇ x ਦੀ ਪਾਵਰ ਹੋਏਗੀ 0। ਹੁਣ ਤੱਕ ਤਾਂ ਇਹ ਦੇਖ ਹੀ ਲਿਆ ਹੈ ਕਿ ਜਦੋਂ x ਦੀ ਪਾਵਰ 0 ਹੋਵੇ ਉਹ 1 ਹੁੰਦਾ ਹੈ। ਇਸ ਲਈ ਇਸੇ ਸੀਰੀਜ਼ ਨੂੰ ਆਪਾਂ ਕੀ ਲਿਖ ਸਕਦੇ ਹਾਂ ਸਿੰਪਲੀਫਾਈ ਕਰਕੇ an x ਦੀ ਪਾਵਰ n plus a n-1 x n-1 plus dot a1 x1 plus a0। ਆਪਾਂ ਇਹ ਵਾਲਾ 1 ਵੀ ਰਿਮੂਵ ਕਰ ਸਕਦੇ ਹਾਂ। ਜੇ ਕੁਝ ਨਹੀਂ ਲਿਖਿਆ ਇਹ ਅੰਡਰਸਟੂਡ ਹੈ ਕਿ ਉਹ 1 ਹੀ ਹੈ।
ਅੱਗੇ ਵਧਣ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਜਨਰਲੀ ਜਦੋਂ ਪੋਲੀਨੋਮੀਅਲਸ ਜਾਂ ਜਨਰਲ ਫਾਰਮਸ ਜਿਹੜੀਆਂ ਤੁਸੀਂ ਵੱਡੀਆਂ ਕਲਾਸਿਸ ਵਿੱਚ ਵੀ ਪੜੋਗੇ ਬਹੁਤ ਲੰਬੇ ਐਕਸਪ੍ਰੈਸ਼ਨਸ ਹੁੰਦੇ ਨੇ, ਤਾਂ ਉਹਨੂੰ ਡਾਟ 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 ਦੇ ਨਾਲ ਰਿਪਰੈਜ਼ੈਂਟ ਕਰ ਦਿੰਨੇ ਆ। ਇਹ ਅੰਡਰਸਟੂਡ ਹੁੰਦਾ ਹੈ ਕਿ ਇਹ ਤੋਂ ਅਗਲੀ ਟਰਮ ਕਿਹੜੀ ਹੋਏਗੀ। ਫੋਰ ਐਗਜ਼ਾਮਪਲ, ਜੇ ਮੈਂ ਇਸ ਤਰ੍ਹਾਂ ਦੇ ਕੁਝ ਸੀਰੀਜ਼ ਨੂੰ ਰਿਪਰੈਜ਼ੈਂਟ ਕਰਨਾ ਹੋਵੇ 1 2 3 4 5, ਰਾਈਟ, ਤੇ ਇਸ ਨੂੰ ਮੈਂ 1000 ਤੱਕ ਲਿਜਾਣਾ ਹੋਵੇ ਤਾਂ ਸਾਰਾ ਲਿਖਣ ਦੀ ਬਜਾਏ ਮੈਂ ਕਿੱਦਾਂ ਰਿਪਰੈਜ਼ੈਂਟ ਕਰ ਸਕਦੀ ਹਾਂ। ਮੈਂ 1 2 3, ਫਿਰ ਉਸ ਤੋਂ ਬਾਅਦ ਡਾਟ 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 ਲਿਖ ਕੇ ਇੱਥੇ ਮੈਂ 998 999 ਲਿਖ ਸਕਦੀ ਹਾਂ, ਫਿਰ ਅੱਗੇ 1000 ਲਿਖ ਸਕਦੀ ਹਾਂ। ਸੋ ਪੜ੍ਹਨ ਵਾਲੇ ਨੂੰ ਇਹ ਅੰਡਰਸਟੂਡ ਹੋਏਗਾ, ਕਿਉਂਕਿ ਇੱਕ ਇੱਕ ਨੰਬਰ ਵੱਧ ਰਿਹਾ ਤੇ ਇਸ ਤੋਂ ਅਗਲਾ ਨੰਬਰ ਕੀ ਹੋਏਗਾ, ਇੱਥੇ 4 ਹੋਏਗਾ, ਇੱਥੇ 5 ਹੋਏਗਾ। ਤਾਂ ਇਹ ਜਿਹੜੀ ਚੀਜ਼ ਅੰਡਰਸਟੂਡ ਹੈ, ਇਸ ਨੂੰ ਸੌਖਾ ਕਰਨ ਲਈ ਕਿ ਸਾਰਾ ਕੁਝ ਇੰਨਾ ਨਾ ਲਿਖਣਾ ਪਵੇ, ਆਪਾਂ ਡਾਟ 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 ਕਰਕੇ ਰਿਪਰੈਜ਼ੈਂਟ ਕਰਦੇ ਹਾਂ। ਸੋ ਭਲੇ ਮੈਂ ਇੱਥੇ ਡਾਟਸ ਨੂੰ ਯੂਜ਼ ਕੀਤਾ ਹੈ, ਤੁਸੀਂ ਦੇਖ ਸਕਦੇ ਹੋ ਕਿ ਜਿਹੜਾ n ਹੈ ਉਸ ਦੀ ਪਾਵਰ ਇੱਕ ਇੱਕ ਘਟ ਰਹੀ ਹੈ। ਇੱਥੇ n ਯੂਜ਼ ਕੀਤਾ ਹੈ, ਇੱਥੇ n-1 ਹੋ ਗਿਆ। ਅਗਲੀ ਜਿਹੜੀ ਟਰਮ ਆਏਗੀ a ਦੇ ਪੈਰਾਂ ਵਿੱਚ n-2 ਹੋਏਗਾ, x ਦੀ ਪਾਵਰ n-2 ਹੋਏਗੀ। ਫਿਰ ਉਸ ਤੋਂ ਬਾਅਦ ਜਿਹੜੀ ਟਰਮ ਆਏਗੀ ਉੱਥੇ n-3 ਹੋਏਗਾ, x ਦੀ ਪਾਵਰ n-3 ਹੋਏਗੀ ਐਂਡ ਸੋ ਔਨ। ਹੁਣ ਆਪਾਂ ਇਸ ਨੂੰ ਇਰੇਜ਼ ਕਰ ਦਿੰਨੇ ਆ। ਓਕੇ, ਇਹ ਇਸ ਵੇਲੇ ਤੁਹਾਨੂੰ ਥੋੜਾ ਜਿਹਾ ਇੰਟੀਮੀਡੇਟਿੰਗ ਤੇ ਕੰਪਲੈਕਸ ਲੱਗ ਰਿਹਾ ਹੋਏਗਾ, ਪਰ ਆਪਾਂ ਇਹਨੂੰ ਜਦੋਂ ਸਮਝਾਂਗੇ ਡੀਕੋਡ ਕਰਾਂਗੇ ਇਹ ਬੜਾ ਆਸਾਨ ਹੈ। ਇਸ ਵਿੱਚ ਜਦੋਂ ਤੁਸੀਂ ਵੈਲਿਊਜ਼ ਭਰੋਗੇ ਤੁਹਾਨੂੰ ਤੁਹਾਡਾ ਕੋਈ ਵੀ ਪੋਲੀਨੋਮੀਅਲ ਮਿਲ ਸਕਦਾ ਹੈ। ਠੀਕ ਹੈ ਜੀ, ਆਪਾਂ ਕੁਝ ਐਗਜ਼ਾਮਪਲਸ ਦੇ ਨਾਲ ਸਮਝਦੇ ਹਾਂ। ਐਗਜ਼ਾਮਪਲਸ ਤੋਂ ਪਹਿਲਾਂ ਇਹਦੇ ਵਿੱਚ ਕੁਝ ਡੈਫੀਨੇਸ਼ਨਸ ਦੇਖ ਲਈਏ। ਜਿੰਨੇ ਵੀ ਆਪਾਂ ਪੋਲੀਨੋਮੀਅਲ ਦੇਖੇ ਨੇ ਉਹਨਾਂ ਵਿੱਚ ਕੀ ਸੀ, ਕੋਈ ਨਾ ਕੋਈ ਵੇਰੀਏਬਲ ਸੀ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ x, ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ x ਹੈ। ਫਿਰ ਉਹ ਜਿਹੜੇ ਵੇਰੀਏਬਲ ਸੀ ਉਹਦੀ ਕੋਈ ਨਾ ਕੋਈ ਪਾਵਰ ਸੀ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਹਰ ਵੇਰੀਏਬਲ ਤੋਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਹਰ ਟਰਮ ਵਿੱਚ ਜਿਹੜਾ ਵੇਰੀਏਬਲ ਹੈ ਉਸ ਦੇ ਉੱਪਰ ਕੋਈ ਨਾ ਕੋਈ ਪਾਵਰ ਮੌਜੂਦ ਹੈ। ਪਹਿਲੀ ਟਰਮ ਵਿੱਚ n ਹੈ, ਫਿਰ n-1 ਹੈ, ਇਸ ਤੋਂ ਅਗਲੀ ਟਰਮ ਵਿੱਚ n-2 ਹੋ ਜਾਏਗੀ, ਇਸ ਤੋਂ ਅਗਲੀ ਟਰਮ ਵਿੱਚ n-3 ਹੋ ਜਾਏਗੀ, ਰਾਈਟ, ਇੱਕ ਇੱਕ ਘਟਦੀ ਜਾਏਗੀ। ਲਾਸਟ ਵਿੱਚ 1 ਰਹਿ ਜਾਏਗੀ ਤੇ ਘਟ ਘਟ ਘਟਦੀ ਕੀ ਹੋ ਜਾਏਗੀ, 0। ਸੋ ਫਿਰ ਉਸ ਤੋਂ ਬਾਅਦ ਜਿਹੜਾ ਵੇਰੀਏਬਲ ਸੀ ਉਹਦੇ ਨਾਲ ਕੋਈ ਨਾ ਕੋਈ ਨੰਬਰ ਕਾਂਸਟੈਂਟ ਜਾਂ ਕੋਐਫੀਸ਼ੀਐਂਟ ਮਲਟੀਪਲਾਈਡ ਹੁੰਦਾ ਸੀ। ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਵੇਰੀਏਬਲ ਹੈ ਇਹਨਾਂ ਦੇ ਨਾਲ ਕੋਈ ਨਾ ਕੋਈ ਕੋਐਫੀਸ਼ੀਐਂਟਸ ਲਿਖੇ ਹੋਏ ਨੇ। a ਸਬਸਕ੍ਰਿਪਟ n, an-1 ਲਿਖਿਆ ਹੈ। ਇਸ ਤੋਂ ਅਗਲੀ ਟਰਮ ਵਿੱਚ ਕੀ ਆ ਜਾਏਗਾ, an-2 ਆ ਜਾਏਗਾ। ਇਸ ਤੋਂ ਅਗਲੀ ਟਰਮ ਵਿੱਚ ਫਿਰ ਕੀ ਆ ਜਾਏਗਾ, an-3 ਆ ਜਾਏਗਾ। ਇਹ ਵੀ ਕੰਟੀਨਿਊ ਕਰੇਗੀ ਸੀਰੀਜ਼। ਸੋ ਇਹ ਵੀ ਕੰਟੀਨਿਊ ਕਰੇਗਾ। ਫਾਈਨਲੀ ਆਪਣੇ ਕੋਲ ਲਾਸਟ ਟੂ ਟਰਮਸ ਵਿੱਚ ਕੀ ਹੋਏਗਾ, a1 ਐਂਡ a0 ਹੋਏਗਾ। ਸੋ ਬਾਈ ਡੈਫੀਨੇਸ਼ਨ ਕੀ ਹੈ ਕਿ ਜਿਹੜੀਆਂ n, n-1, n-2 ਸੋ ਔਨ 1 ਐਂਡ 0, ਇਹਦੇ ਵਿੱਚ ਆਪਣੇ ਕੋਲ ਕੀ ਰਿਪਰੈਜ਼ੈਂਟ ਕਰ ਰਹੇ ਨੇ, ਇਹ ਐਕਸਪੋਨੈਂਟਸ ਨੇ। ਐਕਸਪੋਨੈਂਟਸ ਆਪਾਂ ਪਿਛਲੀਆਂ ਕਲਾਸਿਸ ਵਿੱਚ ਵੀ ਪੜ੍ਹਿਆ ਸੀ ਕਿ ਐਕਸਪੋਨੈਂਟਸ ਦਾ ਮਤਲਬ ਹੁੰਦਾ ਹੈ ਕਿ ਪਾਵਰਸ ਨੇ, ਜਾਂ ਫਿਰ ਇਹਨਾਂ ਨੂੰ ਐਕਸਪੋਨੈਂਸ਼ੀਅਲ ਵੈਲਿਊਜ਼ ਵੀ ਕਹੀਦਾ ਹੈ। ਫਿਰ ਇਸ ਤੋਂ ਬਾਅਦ ਜਿਹੜਾ an ਹੈ, an-1 ਹੈ, an-2 ਐਂਡ ਸੋ ਔਨ ਅਪ ਟੂ a1 ਐਂਡ a0, ਇਹ ਆਪਣੇ ਕੋਲ ਕੀ ਨੇ, ਇਹ ਕੋਐਫੀਸ਼ੀਐਂਟਸ ਨੇ। ਹੁਣ ਇਹਦੇ ਵਿੱਚ an ਜਿਹੜਾ ਹੈ ਉਹ ਕਦੀ 0 ਨਹੀਂ ਹੁੰਦਾ। ਇਹ ਆਪਾਂ ਡਿਫਾਈਨ ਕਰਦੇ ਹਾਂ। ਜੇ an 0 ਹੋ ਜਾਵੇ ਤਾਂ ਇਹਦੇ ਵਿੱਚ ਪਹਿਲੀ ਟਰਮ ਕਿਹੜੀ ਆ ਜਾਏਗੀ, an-1। ਸੋ ਇਨੀ ਕੰਪਲੈਕਸ ਰਿਪਰੈਜ਼ੈਂਟੇਸ਼ਨ ਦਾ ਫਾਇਦਾ ਕੋਈ ਨਹੀਂ ਹੈ। ਸੀਰੀਜ਼ ਰਿਪਰੈਜ਼ੈਂਟੇਸ਼ਨ ਨੂੰ ਆਸਾਨ ਕਰਨ ਲਈ ਆਪਾਂ ਇਹ ਮੰਨਦੇ ਹਾਂ ਕਿ ਪਹਿਲੀ ਟਰਮ ਹਮੇਸ਼ਾ an x ਪਾਵਰ n ਦੇ ਨਾਲ ਰਿਪਰੈਜ਼ੈਂਟ ਹੁੰਦੀ ਹੈ। ਉਹ ਤਦੇ ਹੋਏਗਾ ਜੇ ਉਹਦਾ ਕੋਐਫੀਸ਼ੀਐਂਟ ਕੀ ਹੈ, ਨਾਨ ਜ਼ੀਰੋ ਹੈ ਸਾਡੇ ਕੋਲ। ਫਿਰ ਉਸ ਤੋਂ ਬਾਅਦ ਜਿਹੜੇ ਬਾਕੀ ਜਿੰਨੇ ਵੀ ਆਹ ਕੋਐਫੀਸ਼ੀਐਂਟਸ ਨੇ ਇਹ ਕੋਈ ਵੀ ਵੈਲਿਊ ਲੈ ਸਕਦੇ ਨੇ। ਇਹ ਪੋਜ਼ਿਟਿਵ ਹੋ ਸਕਦੇ ਨੇ ਕਿਉਂਕਿ ਕੋਐਫੀਸ਼ੀਐਂਟਸ ਨੇ, ਕੋਐਫੀਸ਼ੀਐਂਟਸ ਨੈਗੇਟਿਵ ਵੀ ਹੁੰਦੇ ਨੇ। ਫਿਰ ਇਹ ਫ੍ਰੈਕਸ਼ਨ ਵੈਲਿਊਜ਼ ਵੀ ਹੋ ਸਕਦੀਆਂ ਨੇ। ਇਹ ਇਰੈਸ਼ਨਲ ਨੰਬਰ ਵੀ ਹੋ ਸਕਦੇ ਨੇ। ਇਰੈਸ਼ਨਲ ਨੰਬਰ ਮਤਲਬ ਜਿਵੇਂ √2 ਹੋ ਗਿਆ, ਪਾਈ ਹੋ ਗਿਆ। ਸੋ ਇਹ ਕਿਸੇ ਵੀ ਤਰ੍ਹਾਂ ਦੀ ਵੈਲਿਊ ਲੈ ਸਕਦੇ ਨੇ। ਪਰ ਜਿਹੜੇ ਐਕਸਪੋਨੈਂਟਸ ਨੇ ਇਹ ਆਪਾਂ ਪੜ੍ਹਿਆ ਸੀ ਕਿ ਪੋਲੀਨੋਮੀਅਲਸ ਵਿੱਚ ਐਕਸਪੋਨੈਂਟ ਸਿਰਫ ਤੇ ਸਿਰਫ ਹੋਲ ਨੰਬਰਸ ਹੁੰਦੇ ਨੇ। ਭਾਵੇਂ ਕਿ ਜਿਹੜਾ n ਹੋਏਗਾ
ਉਹ ਹਮੇਸ਼ਾ ਗ੍ਰੇਟਰ ਦੈਨ ਇਕੁਅਲ ਟੂ 0 ਹੋਏਗਾ। ਉਹ ਕਦੀ ਨੈਗੇਟਿਵ ਨਹੀਂ ਹੋ ਸਕਦਾ, ਉਹ ਕਦੀ ਫ੍ਰੈਕਸ਼ਨ ਨਹੀਂ ਹੋ ਸਕਦਾ, ਉਹ ਇਰੈਸ਼ਨਲ ਨੰਬਰ ਨਹੀਂ ਹੋ ਸਕਦਾ, ਉਹ ਇੱਕ ਪੋਜ਼ਿਟਿਵ ਇੰਟੀਜਰ ਹੋਏਗਾ ਇਨਕਲੂਡਿੰਗ 0। ਹੁਣ ਇਹਦੇ ਵਿੱਚ ਦੂਸਰੀ ਚੀਜ਼ ਜਿਹੜੀ ਸਮਝਣ ਵਾਲੀ ਉਹ ਇਹ ਕਿ ਇਹਦੇ ਵਿੱਚ ਹਾਈਐਸਟ ਪਾਵਰ ਵਾਲੀ ਟਰਮ ਕਿਹੜੀ ਹੋਏਗੀ, ਜਾਂ ਫਿਰ ਕਿਹੜੀ ਟਰਮ ਹੋਏਗੀ ਜਿਹੜੀ ਡਿਗਰੀ ਡਿਫਾਈਨ ਕਰ ਰਹੀ ਹੋਏਗੀ। ਤੁਸੀਂ ਦੇਖ ਸਕਦੇ ਹੋ ਕਿ ਪਹਿਲੀ ਟਰਮ ਵਿੱਚ ਪਾਵਰ ਕਿੰਨੀ ਹੈ n, ਫਿਰ ਪਾਵਰ ਕਿੰਨੀ ਹੈ n-1, ਇੱਥੇ ਕਿੰਨੀ ਹੈ n-2। ਯਾਨੀ ਕਿ ਪਾਵਰ ਜਿਹੜੀ ਹੈ ਉਹ ਇੱਕ ਇੱਕ ਨੰਬਰ ਦੇ ਨਾਲ ਡਿਕਰੀਜ਼ ਹੋ ਰਹੀ ਹੈ। ਫॉर एग्जांपल ਜੇ ਮੇਰੇ ਕੋਲ n ਦੀ ਵੈਲਿਊ 4 ਹੈ, ਲੈਟ n ਇਕੁਅਲਸ ਟੂ 4, n-1 ਅਗਲੀ ਟਰਮ ਵਿੱਚ ਕੀ ਹੋ ਜਾਏਗਾ 4-1 ਵਿਚ ਇਜ਼ 3। ਉਸ ਤੋਂ ਅਗਲੀ ਟਰਮ ਵਿੱਚ ਕੀ ਹੈ n-2, ਅਬ ਮੇਰੇ ਕੋਲ ਕੀ ਹੋ ਜਾਏਗਾ 4-2 ਵਿਚ ਇਜ਼ 2। ਫਿਰ ਉਸ ਤੋਂ ਬਾਅਦ n-3 ਮੇਰੇ ਕੋਲ ਕੀ ਹੋ ਜਾਏਗਾ 4-3 ਵਿਚ ਇਜ਼ 1। ਸੋ n-4 ਕੀ ਹੋ ਜਾਏਗਾ 4-4 ਵਿਚ ਇਜ਼ 0। n-5 ਕੀ ਹੋ ਜਾਏਗਾ 4-5 ਵਿਚ ਇਜ਼ -1। ਮੈਂ ਹੁਣੇ ਕਿਹਾ ਸੀ ਕਿ ਪਾਵਰਸ ਜਿਹੜੀਆਂ ਨੇ ਉਹ ਹਮੇਸ਼ਾ ਗ੍ਰੇਟਰ ਦੈਨ ਇਕੁਅਲ ਟੂ 0 ਹੀ ਰਹਿਣੀਆਂ ਚਾਹੀਦੀਆਂ ਨੇ। ਬਟ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ x ਦੀ ਪਾਵਰ n-5 ਵਾਲੀ ਟਰਮ ਹੈ ਉਹ -1 ਹੋ ਗਈ, ਇਸ ਲਈ ਇਹ ਟਰਮ ਐਗਜ਼ਿਸਟ ਨਹੀਂ ਕਰੇਗੀ। ਸੋ ਇੱਥੇ ਹਾਈਐਸਟ ਪਾਵਰ ਵਾਲੀ ਟਰਮ ਕਿਹੜੀ ਹੋ ਜਾਏਗੀ, ਆ ਜਿਹੜੀ ਪਹਿਲੀ ਲਿਖੀ ਆਪਾਂ x ਪਾਵਰ n। ਹੁਣ ਆਪਾਂ ਪਿਛਲੇ ਲੈਕਚਰਸ ਵਿੱਚ ਇਹ ਪੜ੍ਹ ਚੁੱਕੇ ਹਾਂ ਕਿ ਕਿਸੇ ਵੀ ਪੋਲੀਨੋਮੀਅਲ ਵਿੱਚ ਵੇਰੀਏਬਲ ਦੀ ਹਾਈਐਸਟ ਪਾਵਰ ਨੂੰ ਹੀ ਆਪਾਂ ਡਿਗਰੀ ਕਹਿੰਦੇ ਆ ਉਸ ਪੋਲੀਨੋਮੀਅਲ ਦੀ, ਬਸ਼ਰਤਾ ਕਿ ਉਸ ਟਰਮ ਵਿੱਚ ਉਸ ਵੇਰੀਏਬਲ ਦੇ ਨਾਲ ਮਲਟੀਪਲਾਈ ਹੋਣ ਵਾਲਾ ਜਿਹੜਾ ਕੋਫੀਸ਼ੀਐਂਟ ਹੈ ਉਹ ਨਾਨ ਜ਼ੀਰੋ ਹੋਵੇ। ਹੁਣ ਇੱਥੇ ਆਪਾਂ ਆਲਰੇਡੀ ਐਸਟੈਬਲਿਸ਼ ਕਰ ਚੁੱਕੇ ਹਾਂ ਕਿ ਜਿਹੜਾ an ਹੈ, ਜਿਹੜਾ ਪਹਿਲਾ ਕੋਫੀਸ਼ੀਐਂਟ ਹੈ, ਪਹਿਲੀ ਟਰਮ ਦਾ ਕੋਫੀਸ਼ੀਐਂਟ ਹੈ, ਉਹ ਕਦੀ ਜ਼ੀਰੋ ਨਹੀਂ ਹੋਏਗਾ। ਇਸ ਲਈ ਇਹਦੇ ਨਾਲ ਮਲਟੀਪਲਾਈ ਹੋਣ ਵਾਲਾ ਵੇਰੀਏਬਲ ਜਿਹੜਾ ਹੈ ਉਸ ਦੀ ਪਾਵਰ n ਜਿਹੜੀ ਹਾਈਐਸਟ ਨੰਬਰ ਹੈ ਉਹੀ ਪੋਲੀਨੋਮੀਅਲ ਦੀ ਡਿਗਰੀ ਹੈ। ਇਸ ਕਰਕੇ ਇਸ ਪੋਲੀਨੋਮੀਅਲ ਦੀ ਡਿਗਰੀ ਕੀ ਹੋ ਜਾਏਗੀ n, ਕਿਉਂਕਿ n ਹੀ ਹਾਈਐਸਟ ਪਾਵਰ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਸੋ ਇਸ ਜਨਰਲ ਫਾਰਮ ਵਿੱਚ n ਜਿਹੜਾ ਹੈ ਇਟ ਰਿਪਰੈਜ਼ੈਂਟਸ ਦੀ ਡਿਗਰੀ ਆਫ ਦੀ ਪੋਲੀਨੋਮੀਅਲ। ਸੈਕੰਡਲੀ ਜਿਹੜਾ ਡਿਗਰੀ ਹੁੰਦੀ ਹੈ ਜਾਂ ਫਿਰ ਹਾਈਐਸਟ ਪਾਵਰ ਵਾਲਾ ਵੇਰੀਏਬਲ ਜਿਹੜਾ ਹੁੰਦਾ ਹੈ ਉਸ ਨਾਲ ਜਿਹੜਾ ਕੋਫੀਸ਼ੀਐਂਟ ਮਲਟੀਪਲਾਈ ਹੋ ਰਿਹਾ ਹੁੰਦਾ ਹੈ ਉਹਨੂੰ ਆਪਾਂ ਲੀਡਿੰਗ ਕੋਫੀਸ਼ੀਐਂਟ ਵੀ ਕਹਿ ਦਿੰਦੇ ਆ। ਸੋ ਇਹਦੇ ਵਿੱਚ ਆਪਣੇ ਕੋਲ ਲੀਡਿੰਗ ਕੋਫੀਸ਼ੀਐਂਟ ਕਿਹੜਾ ਆ ਜਾਏਗਾ an। ਇਹ ਕੋਫੀਸ਼ੀਐਂਟ ਹੀ ਹੈ, ਬਾਕੀ ਜਿਹੜੇ ਨੰਬਰਸ ਵੇਰੀਏਬਲ ਦੇ ਨਾਲ ਮਲਟੀਪਲਾਈ ਹੋ ਰਹੇ ਨੇ ਉਹ ਵੀ ਕੋਫੀਸ਼ੀਐਂਟਸ ਨੇ। ਫਰਕ ਸਿਰਫ ਇੰਨਾ ਹੈ ਕਿ ਹਾਈਐਸਟ ਪਾਵਰ ਦੇ ਨਾਲ ਮਲਟੀਪਲਾਈ ਹੋਣ ਵਾਲੇ ਨੂੰ ਆਪਾਂ ਇੱਕ ਸਪੈਸ਼ਲ ਨਾਮ ਦੇ ਦਿੰਦੇ ਆ ਵਿਚ ਇਜ਼ ਨੋਨ ਐਜ਼ ਲੀਡਿੰਗ ਕੋਫੀਸ਼ੀਐਂਟ। ਹੁਣ ਆਪਾਂ ਇੱਕ ਐਗਜ਼ਾਮਪਲ ਕੰਸੀਡਰ ਕਰਦੇ ਹਾਂ। Let there be a polynomial r in variable x which is 2x cube plus 3x square plus 4x plus 5। ਹੁਣ ਇਸ ਪੋਲੀਨੋਮੀਅਲ ਨੂੰ ਆਪਾਂ ਜਨਰਲ ਫਾਰਮ ਦੇ ਨਾਲ ਕੰਪੇਅਰ ਕਰਨਾ ਹੈ, ਠੀਕ ਹੈ। ਇਹਦੇ ਵਿੱਚ ਹਾਈਐਸਟ ਪਾਵਰ ਕਿੰਨੀ ਹੈ ਆਪਣੇ ਕੋਲ 3। ਸੋ ਜਨਰਲ ਫਾਰਮ ਜਿਹੜੀ ਹੈ ਉਹਦੇ ਵਿੱਚ ਆਪਾਂ ਹਾਈਐਸਟ ਪਾਵਰ ਜਾਂ ਡਿਗਰੀ ਆਫ ਪੋਲੀਨੋਮੀਅਲ ਨੂੰ ਕਿਹਦੇ ਨਾਲ ਰੈਫਰ ਕਰਦੇ ਹਾਂ n ਦੇ ਨਾਲ। ਸੋ ਸੋ ਇਹਦੇ ਵਿੱਚ n ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ 3। ਹੁਣ ਆਪਾਂ ਇੱਥੇ ਦੇਖ ਸਕਦੇ ਹਾਂ ਕਿ ਪਹਿਲਾ ਕੋਫੀਸ਼ੀਐਂਟ ਕਿੰਨਾ ਹੈ an। an n ਕਿੰਨਾ ਹੈ 3, a3। ਦੂਸਰਾ ਜਿਹੜਾ ਟਰਮ ਹੈ, ਦੂਸਰੀ ਜਿਹੜੀ ਟਰਮ ਹੈ ਉਹਦੇ ਵਿੱਚ ਕੋਫੀਸ਼ੀਐਂਟ ਕਿੰਨਾ ਹੈ an-1, an-1। ਸੋ n ਕਿੰਨੇ 3, 3 1 a2, ਉਸ ਨੂੰ ਆਪਾਂ a2 ਕਹਿ ਕੇ ਰੈਫਰ ਕਰਾਂਗੇ। ਥਰਡ ਟਰਮ ਕੀ ਆ ਜਾਏਗੀ an-2, n-2 ਯਾਨੀ ਕਿ 3 2, 3 2 a1 ਹੋ ਜਾਏਗਾ। ਫਿਰ ਉਸ ਤੋਂ ਬਾਅਦ ਆਪਣੇ ਕੋਲ ਆ ਜਾਏਗਾ an-3, 3 3 a0। ਆਪਾਂ 0 ਤੱਕ ਹੀ ਜਾਣਾ, ਇਸ ਤੋਂ ਅੱਗੇ ਨਹੀਂ ਜਾਣਾ। ਹੁਣ ਆਪਾਂ ਟਰਮਸ ਦੀਆਂ ਪਾਵਰਸ ਨੂੰ ਡਿਫਾਈਨ ਕਰਦੇ ਹਾਂ। ਪਹਿਲੀ ਜਿਹੜੀ ਟਰਮ ਹੈ ਉਸ ਦੀ ਪਾਵਰ ਕੀ ਹੈ n, ਜਿਹੜੀ ਆਪਣੇ ਕੋਲ ਹੈ 3।
दूसरी टर्म ਜਿਹੜੀ ਹੈ ਉਸ ਦੀ ਪਾਵਰ ਹੈ n-1 ਉਹ ਆਪਣੇ ਕੋਲ ਹੋ ਜਾਏਗੀ ਸੌਰੀ n-1 ਹੋ ਜਾਏਗੀ 2। तीसरी ਜਿਹੜੀ ਟਰਮ ਹੈ ਉਸ ਵਿੱਚ ਪਾਵਰ ਕਿੰਨੀ ਹੋ ਜਾਏਗੀ 3 - 2 1। ਚੌਥੀ ਟਰਮ ਵਿੱਚ ਕੀ ਹੋ ਜਾਏਗੀ n-3 3 - 3 0। ਆਪਾਂ 0 ਤੱਕ ਹੀ ਜਾਣਾ ਹੈ। ਠੀਕ ਹੈ, ਹੁਣ ਆਪਾਂ ਪੋਲੀਨੋਮੀਅਲ ਕੀ ਬਣਾਈਏ। ਪਹਿਲੀ ਟਰਮ ਜਿਹੜੀ ਹੈ rx, ਇਹ ਜਿਹੜਾ ਪੋਲੀਨੋਮੀਅਲ ਹੈ ਇਸ ਦੀ ਜਨਰਲ ਫਾਰਮ ਕੀ ਹੋ ਜਾਏਗੀ। ਜਿਹੜਾ rx ਹੈ ਸਭ ਤੋਂ ਪਹਿਲਾਂ an ਮਲਟੀਪਲਾਈ x ਪਾਵਰ n ਹੈ। an ਕਿੰਨਾ ਹੈ a3। a3 ਮਲਟੀਪਲਾਈ x ਦੀ ਪਾਵਰ 3 ਪਹਿਲੀ ਟਰਮ। दूसरी टर्म की हो जाएगी an-2 सॉरी सो दूसरी टर्म हो जाएगी an-1 मल्टीप्लाई x की पावर n-1 विच इज a2 x2। सिमिलरली थर्ड की हो जाएगी an-2 a1 मल्टीप्लाई बाय x टू द पावर n-2 विच इज 1। फिर की हो जाएगा a0 x की पावर 0 यानी कि a3x³ प्लस a2x² प्लस a1x प्लस a0। ਇਹ ਜਨਰਲ ਫਾਰਮ ਹੈ ਤੇ ਆਪਾਂ ਨੂੰ ਪੋਲੀਨੋਮੀਅਲ ਕਿਹੜਾ ਦਿੱਤਾ ਹੈ 2x³ प्लस 3x² प्लस 4x प्लस 5। ਦੀ ਵੈਲਿਊ 2 ਰੱਖਾਂ, a2 ਦੀ ਵੈਲਿਊ 3, a1 ਦੀ ਵੈਲਿਊ 4 ਤੇ a0 ਦੀ ਵੈਲਿਊ 5 ਰੱਖਾਂ ਇਸ ਪੋਲੀਨੋਮੀਅਲ ਵਿੱਚ ਤਾਂ ਮੈਨੂੰ ਆਹ ਵਾਲਾ ਪੋਲੀਨੋਮੀਅਲ ਮਿਲ ਜਾਏਗਾ। ਇੱਥੇ ਇੱਕ ਚੀਜ਼ ਹੋਰ ਅਬਜ਼ਰਵ ਕਰਨਾ, ਵੇਰੀਏਬਲ ਦੀ ਜਿਹੜੀ ਪਾਵਰ ਹੈ ਉਹ ਸੇਮ ਸੋ ਵੇਰੀਏਬਲ ਦੀ ਜਿਹੜੀ ਪਾਵਰ ਹੈ ਉਹ ਸੇਮ ਨੰਬਰ ਹੀ ਆਪਾਂ ਕੋਫੀਸ਼ੀਐਂਟ ਜਿਹੜਾ a ਹੈ ਉਹਦੀ ਸਬਸਕ੍ਰਿਪਟ ਯੂਜ਼ ਕਰਦੇ ਹਾਂ। ਇਹ ਸਿਰਫ ਕਨਵੀਨੀਅੰਸ ਲਈ ਕੀਤਾ ਜਾਂਦਾ ਹੈ, ਆਸਾਨੀ ਲਈ, ਤਾਂ ਕਿ ਜੇ ਆਪਾਂ ਨੂੰ ਕੋਫੀਸ਼ੀਐਂਟ ਦਿੱਤਾ ਜਾਵੇ ਕਿ an-1 ਤਾਂ ਮੈਨੂੰ ਪਤਾ ਚੱਲ ਜਾਵੇ ਕਿ ਇਸ ਦੇ ਨਾਲ ਜਿਹੜੀ ਪਾਵਰ ਮਲਟੀਪਲਾਈ ਹੋ ਰਹੀ ਹੈ ਉਹ n-1 ਹੈ। ਜਾਂ ਫਿਰ ਜੇ ਮੇਰੇ ਕੋਲ ਵੇਰੀਏਬਲ ਹੈ ਕਿ ਉਸ ਦੀ ਪਾਵਰ n- ਕਿ ਕੋਫੀਸ਼ੀਐਂਟਸ ਵਿੱਚ a ਦੀ ਜਿਹੜੀ ਸਬਸਕ੍ਰਿਪਟ n-1 ਹੈ ਉਹ ਇਸ ਵੇਰੀਏਬਲ ਦੇ ਨਾਲ ਮਲਟੀਪਲਾਈ ਹੋ ਰਿਹਾ ਹੈ। ਸੋ ਇਹ ਕਨਵੀਨੀਅੰਸ ਲਈ ਆਪਾਂ ਸੇਮ ਰਿਪਰੈਜ਼ੈਂਟੇਸ਼ਨ ਯੂਜ਼ ਕਰਦੇ ਹਾਂ। ਸਬਸਕ੍ਰਿਪਟ ਜਾਂ ਫਿਰ ਪੈਰਾਂ ਵਿੱਚ ਹੋਏਗਾ ਕੋਫੀਸ਼ੀਐਂਟ ਦੇ, ਉਹੀ ਸੇਮ ਨੰਬਰ ਪਾਵਰ ਨੂੰ ਰਿਪਰੈਜ਼ੈਂਟ ਕਰਨ ਲਈ ਯੂਜ਼ ਕਰਦੇ ਹਾਂ। ਅੱਗੇ ਵਧਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਚੀਜ਼ ਹੋਰ ਦੇਖਦੇ ਹਾਂ। ਮੈਂ ਇੱਥੇ ਮੰਨ ਲਓ ਕਿ ਆ ਸਾਰੇ ਕੋਫੀਸ਼ੀਐਂਟਸ ਹੀ 0 ਹੋ ਜਾਣ, an-1 n-2 ਅਪ ਅੰਟਿਲ a1 ਐਂਡ a0। ਜੇ ਸਾਰੇ 0 ਹੋ ਜਾਣ ਫਿਰ ਕੀ ਹੋਏਗਾ, ਫਿਰ ਆਪਣੇ ਕੋਲ 0 ਹੀ ਬਚੇਗਾ ਵਿਚ ਇਜ਼ ਨੋਨ ਐਜ਼ ਜ਼ੀਰੋ ਪੋਲੀਨੋਮੀਅਲ। ਇਹ ਆਪਾਂ ਪਿਛਲੇ ਲੈਕਚਰ ਵਿੱਚ ਕੀਤਾ ਸੀ ਕਿ ਜਿਹੜਾ ਜ਼ੀਰੋ ਪੋਲੀਨੋਮੀਅਲ ਹੈ ਉਹਦੇ ਸਾਰੇ ਕੋਫੀਸ਼ੀਐਂਟਸ ਜਿਹੜੇ ਹੁੰਦੇ ਨੇ 0 ਹੁੰਦੇ ਨੇ ਤੇ ਉਸ ਦੀ ਡਿਗਰੀ ਜਿਹੜੀ ਹੈ ਉਹ ਡਿਫਾਈਨਡ ਨਹੀਂ ਹੁੰਦੀ। ਸੋ ਇਹ ਜਿਹੜਾ a0 ਹੈ ਇਹ 0 ਨਾ ਹੋਵੇ, ਇਹ ਕੋਈ ਨਾ ਕੋਈ ਕਾਂਸਟੈਂਟ ਨੰਬਰ ਹੋਏਗਾ, ਉਹਨੂੰ ਆਪਾਂ ਕਾਂਸਟੈਂਟ ਪੋਲੀਨੋਮੀਅਲ ਕਹੀਦਾ ਹੈ। ਉਸ ਦੀ ਡਿਗਰੀ ਆਪਣੇ ਕੋਲ ਕੀ ਹੋ ਜਾਏਗੀ 0 ਹੋ ਜਾਏਗੀ। ਆਪਾਂ ਇੱਕ ਐਗਜ਼ਾਮਪਲ ਹੋਰ ਦੇਖਦੇ ਹਾਂ ਜਿੱਥੇ ਪੋਲੀਨੋਮੀਅਲ ਨੂੰ ਆਪਾਂ ਜਨਰਲ ਫਾਰਮ ਦੇ ਨਾਲ ਕੰਪੇਅਰ ਕਰਾਂਗੇ। ਇੱਥੇ ਦੁਬਾਰਾ ਲਿਖ ਲੈਂਦੇ ਹਾਂ ਤਾਂ ਕਿ ਕੰਪੈਰੀਜ਼ਨ ਕਰਨਾ ਆਸਾਨ ਹੋ ਜਾਏ। ਸੋ ਜਨਰਲ ਫਾਰਮੈਟ ਕੀ ਹੁੰਦੀ ਹੈ a ਸਬਸਕ੍ਰਿਪਟ n x ਦੀ ਪਾਵਰ n, ਉਸ ਤੋਂ ਅਗਲੀ ਟਰਮ ਕੀ ਹੋ ਜਾਏਗੀ n-1 ਪਾਵਰ 1 ਘਟੇਗੀ। ਥਰਡ ਟਰਮ ਕੀ ਹੋ ਜਾਏਗੀ n-2 n-2। ਇਸ ਤੋਂ ਅੱਗੇ ਕੀ ਆਏਗਾ ਜੇ ਲਿਖਣਾ ਹੋਵੇ n-3 x ਦੀ ਪਾਵਰ n-3। ਇੱਕ ਇੱਕ ਨੰਬਰ ਤੁਸੀਂ ਦੇਖਦੇ ਹੋ ਕਿ ਇੱਥੇ ਘਟਦਾ ਜਾ ਰਿਹਾ n-2 n-3 ਸੋ ਔਨ। ਇਹ ਕਿਦੋਂ ਤੱਕ ਚੱਲੇਗਾ ਜਦੋਂ ਤੱਕ ਪਾਵਰ ਕੀ ਹੋ ਜਾਵੇ 0 x ਦੀ ਪਾਵਰ 0। ਠੀਕ ਹੈ, ਮੰਨ ਲਓ ਕਿ ਮੇਰੇ ਕੋਲ ਕੋਈ ਪੋਲੀਨੋਮੀਅਲ ਹੈ ਹੁਣ rx which is 3x ਦੀ ਪਾਵਰ 7 minus 5x ਦੀ ਪਾਵਰ 6 plus 2x ਦੀ ਪਾਵਰ 5 minus x4 plus 7x³ minus 4x² plus 9। ਹੁਣ ਆਪਾਂ ਇੱਥੇ ਦੇਖ ਸਕਦੇ ਹਾਂ ਕਿ ਸਭ ਤੋਂ ਵੱਡੀ ਡਿਗਰੀ ਕਿਹੜੀ ਮੌਜੂਦ ਹੈ 7। ਸੋ ਇਸ ਜਨਰਲ ਫਾਰਮ ਵਿੱਚ ਮੇਰੇ ਕੋਲ n ਕਿਹਦੇ ਬਰਾਬਰ ਹੈ 7 ਦੇ। ਹੁਣ ਸਭ ਤੋਂ ਪਹਿਲਾਂ ਕੋਫੀਸ਼ੀਐਂਟ ਕੀ ਹੈ an a7। ਫਿਰ ਉਸ ਤੋਂ ਬਾਅਦ ਕੋਫੀਸ਼ੀਐਂਟ ਕੀ ਹੈ n-1 यानी कि 7 - 1 which is a6। फिर n-2 which is 7 - 2
A5। ਉਸ ਤੋਂ ਬਾਅਦ ਕੀ ਆਏਗਾ ਆਪਣੇ ਕੋਲ n-3 which is 7-3। this is A4। A n-4, A7-4 which is A5, sorry A3। फिर A n-5, 7-5, A2। फाइनली अपने कोल की है दो टर्म्स और बचियां ने n-6, A7-6 ये आ जाएगा A1, A n-7, A7-7 कितनी आ जाएगी A0। ਆਪਾਂ 0 ਤੱਕ ਹੀ ਜਾਣਾ ਹੈ। ਹੁਣ an ਇੱਥੇ x ਪਾਵਰ n ਦੇ ਨਾਲ ਮਲਟੀਪਲਾਈ ਹੋ ਰਹੀ ਹੈ n7, ਸੋ x7 x ਪਾਵਰ 7 ਦੇ ਨਾਲ ਕਿਹੜਾ ਕੋਐਫੀਸ਼ੀਐਂਟ ਮਲਟੀਪਲਾਈ ਹੋ ਰਿਹਾ ਹੈ 3, ਸੋ a7 ਇਜ਼ 3, a6 ਕਿੰਨਾ ਹੈ -5, a5 ਜਿਹੜੀ ਹੈ x ਪਾਵਰ 5 ਦੇ ਨਾਲ ਮਲਟੀਪਲਾਈ ਹੋਣ ਵਾਲਾ ਕੋਐਫੀਸ਼ੀਐਂਟ ਹੈ a5 ਇਜ਼ 2, a ਸਬਸਕ੍ਰਿਪਟ 4 x ਪਾਵਰ 4 ਦੇ ਨਾਲ ਮਲਟੀਪਲਾਈ ਹੋਣ ਵਾਲਾ ਕੋਐਫੀਸ਼ੀਐਂਟ ਕਿਹੜਾ ਹੈ -1, a3 x ਦੀ ਪਾਵਰ 3 ਦੇ ਨਾਲ ਮਲਟੀਪਲਾਈ ਹੋਣ ਵਾਲਾ ਕੋਐਫੀਸ਼ੀਐਂਟ ਕਿਹੜਾ ਹੈ +7, a2 ਯਾਨੀ ਕਿ x ਦੀ ਪਾਵਰ 2 ਦੇ ਨਾਲ ਮਲਟੀਪਲਾਈ ਹੋਣ ਵਾਲਾ ਕੋਐਫੀਸ਼ੀਐਂਟ ਕਿਹੜਾ ਹੈ -4। ਸਿਮਿਲਰਲੀ a ਸਬਸਕ੍ਰਿਪਟ 1 x ਦੀ ਪਾਵਰ 1 ਦੇ ਨਾਲ ਮਲਟੀਪਲਾਈ ਹੋਣ ਵਾਲਾ ਕੋਐਫੀਸ਼ੀਐਂਟ ਇੱਥੇ ਕਿਹੜਾ ਹੈ ਆਪਣੇ ਕੋਲ ਉਹ ਕੋਈ ਵੀ ਟਰਮ ਮੌਜੂਦ ਨਹੀਂ ਹੈ ਇਸ ਲਈ ਉਹਦਾ ਕੋਐਫੀਸ਼ੀਐਂਟ ਕੀ ਆ ਜਾਏਗਾ 0। x ਦੀ ਪਾਵਰ 0 ਦੇ ਨਾਲ ਮਲਟੀਪਲਾਈ ਹੋਣ ਵਾਲਾ ਨੰਬਰ ਕਿਹੜਾ ਹੈ ਉਹ ਹੋ ਜਾਏਗਾ ਇਹ ਕਾਂਸਟੈਂਟ which is 9। ਸੋ ਇਹ ਜਿਹੜੀ ਸੋ ਇਸ ਪਾਰਟਿਕੂਲਰ ਪੋਲੀਨੋਮੀਅਲ ਲਈ ਜਿਹੜੀ ਜਨਰਲ ਫਾਰਮ ਹੈ ਉਹ ਕੀ ਹੋ ਜਾਏਗੀ a7 x ਪਾਵਰ 7, a6 x ਪਾਵਰ 6। ਇਹਦੇ ਵਿੱਚ ਆਪਾਂ n ਦੀ ਵੈਲਿਊ ਭਰੀ ਜਾਣੀ ਹੈ ਤੇ ਜਨਰਲ ਫਾਰਮ ਲਿਖ ਦੇਣੀ ਹੈ a5 x ਦੀ ਪਾਵਰ 5, a4 x ਦੀ ਪਾਵਰ 4, a3 x ਦੀ ਪਾਵਰ 3, a2 x ਦੀ ਪਾਵਰ 2, a1 x ਦੀ ਪਾਵਰ 1, a0 x ਦੀ ਪਾਵਰ 0। a1 ਆਪਣੇ ਕੋਲ ਕੀ ਹੈ 0, ਇਹ ਟਰਮ ਐਗਜ਼ਿਸਟ ਹੀ ਨਹੀਂ ਕਰਦੀ ਇਸ ਲਈ ਇਹਨੂੰ ਆਪਾਂ ਹੋਰ ਸਿੰਪਲੀਫਾਈ ਕਰ ਸਕਦੇ ਹਾਂ a7 x7, a6 x6, a5 x power 5, a4 x power 4, a3 x power 3, a2 x ਦੀ ਪਾਵਰ 2 plus a0। ਇਹ ਜਨਰਲ ਫਾਰਮ ਵਿੱਚ ਆਪਣੇ ਦਿੱਤੇ ਹੋਏ ਪੋਲੀਨੋਮੀਅਲ ਨੂੰ ਰਿਪਰੈਜ਼ੈਂਟ ਕਰਦਾ ਹੈ ਤੇ ਇਹ ਕੋਐਫੀਸ਼ੀਐਂਟਸ ਦੀ ਵੈਲਿਊ ਵੀ ਹੁਣ ਆਪਾਂ ਨੂੰ ਪਤਾ ਹੈ ਕਿੰਨੀ ਹੈ, ਰਾਈਟ। ਉੱਪਰ ਆਪਾਂ ਇੱਥੇ ਫਾਈਂਡ ਕਰ ਲਈ ਸੀ। ਸੋ ਕਈ ਵਾਰੀ ਕੀ ਹੁੰਦਾ ਹੈ ਕਿ ਤੁਹਾਡੇ ਕੋਲ ਕਿਸੇ ਪੋਲੀਨੋਮੀਅਲ ਦੀ ਸਟੈਂਡਰਡ ਫਾਰਮ ਪੁੱਛੀ ਜਾਂਦੀ ਹੈ। ਇਸ ਵੇਲੇ ਜਿਹੜੀ ਜਨਰਲ ਫਾਰਮੈਟ ਆਪਾਂ ਪੋਲੀਨੋਮੀਅਲ ਦੀ ਇੱਥੇ ਲਿਖੀ ਹੈ ਇਹੀ ਉਹਦੀ ਸਟੈਂਡਰਡ ਫਾਰਮੈਟ ਹੈ। ਸੋ ਸਟੈਂਡਰਡ ਫਾਰਮ ਦਾ ਮਤਲਬ ਹੈ ਕਿਸੇ ਵੀ ਪੋਲੀਨੋਮੀਅਲ ਨੂੰ ਇਸ ਢੰਗ ਦੇ ਨਾਲ ਲਿਖਣਾ ਕਿ ਉਸ ਵਿੱਚ ਮੌਜੂਦ ਜਿਹੜੇ ਵੇਰੀਏਬਲਸ ਨੇ ਉਹਨਾਂ ਦੀਆਂ ਜਿਹੜੀਆਂ ਪਾਵਰਸ ਨੇ ਉਹ ਡਿਕਰੀਜ਼ਿੰਗ ਆਰਡਰ ਵਿੱਚ ਹੋਣ, ਉਸ ਨੂੰ ਆਪਾਂ ਸਟੈਂਡਰਡ ਫਾਰਮੈਟ ਕਹਿ ਦਈਦਾ ਹੈ। ਸੋ ਇੱਥੇ ਜਿਹੜੀ ਮੈਂ ਜਨਰਲ ਫਾਰਮ ਰਿਪਰੈਜ਼ੈਂਟ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਸਭ ਤੋਂ ਪਹਿਲਾਂ ਆਪਾਂ n ਲਿਖਿਆ ਹੈ ਵਿਚ ਇਜ਼ ਦੀ ਹਾਈਐਸਟ ਪਾਵਰ, ਉਹਦੀ ਡਿਗਰੀ ਵੀ ਹੈ ਤੇ ਫਿਰ ਸਬਸੀਕੁਐਂਟ ਟਰਮਸ ਵਿੱਚ ਕੀ ਹੋ ਰਿਹਾ ਹੈ ਪਾਵਰ ਘਟ ਰਹੀ ਹੈ। ਸੋ ਇਹ ਡਿਕਰੀਜ਼ਿੰਗ ਆਰਡਰ ਵਿੱਚ ਹੀ ਲਿਖਿਆ ਗਿਆ ਹੈ, ਇਹੀ ਉਹਦੀ ਸਟੈਂਡਰਡ ਫਾਰਮ ਨੂੰ ਰਿਪਰੈਜ਼ੈਂਟ ਕਰਦਾ ਹੈ। ਇੱਕ ਐਗਜ਼ਾਮਪਲ ਦੇ ਨਾਲ ਆਪਾਂ ਇਹਨੂੰ ਕਲੀਅਰਲੀ ਸਮਝਦੇ ਹਾਂ, ਠੀਕ ਹੈ ਜੀ। Let there be a polynomial qx which is 2x square minus 5x plus 4x cube plus 7। ਇਸ ਟਰਮ ਨੂੰ ਆਪਾਂ ਸਟੈਂਡਰਡ ਫਾਰਮੈਟ 'ਚ ਲਿਖਣਾ ਹੈ। ਰਾਈਟ ਦਿਸ ਪੋਲੀਨੋਮੀਅਲ ਇਨ ਸਟੈਂਡਰਡ ਫਾਰਮ। ਸਟੈਂਡਰਡ ਫਾਰਮ 'ਚ ਲਿਖਣ ਲਈ ਮੈਂ ਹੁਣੇ ਕੀ ਦੱਸਿਆ ਹੈ, ਸਭ ਤੋਂ ਪਹਿਲਾਂ ਕੀ ਹੈ ਹਾਈਐਸਟ ਪਾਵਰ ਵਾਲੀ ਟਰਮ ਲਿਖੀ ਦੀ ਹੈ। ਇਹਦੇ ਵਿੱਚ ਹਾਈਐਸਟ ਪਾਵਰ ਹੈ x ਦੀ 3, ਇਸ ਨੂੰ ਸਭ ਤੋਂ ਅੱਗੇ ਲਿਖਾਂਗੇ। ਫਿਰ 3 ਤੋਂ ਬਾਅਦ ਕੀ ਹੁੰਦੀ ਹੈ 2,
ਉਸ ਤੋਂ ਛੋਟੀ ਟਰਮ ਆ ਗਈ ਆਪਣੇ ਕੋਲ ਪਾਵਰ ਦੀ 2 plus 2x2। ਹੁਣ ਅਗਲੀ ਪਾਵਰ ਵਾਲੀ ਟਰਮ ਕਿਹੜੀ ਆ ਜਾਏਗੀ, x ਦੀ ਪਾਵਰ 1। ਇਹ ਕਾਂਸਟੈਂਟ ਹੈ, ਇਹਦਾ ਮਤਲਬ ਇਹ ਕਿ ਇੱਥੇ x ਦੀ ਪਾਵਰ 0 ਮਲਟੀਪਲਾਈ ਹੋ ਰਹੀ ਹੈ। ਕਾਂਸਟੈਂਟ ਹਮੇਸ਼ਾ ਲਾਸਟ ਤੇ ਲਿਖਿਆ ਜਾਂਦਾ ਹੈ। ਸੋ ਆ ਜਿਹੜੀ ਹੈ ਇਹ ਸਟੈਂਡਰਡ ਫਾਰਮ ਹੈ ਇਸ ਪੋਲੀਨੋਮੀਅਲ ਦਾ, ਇਸ ਪੋਲੀਨੋਮੀਅਲ ਦਾ ਇਹ ਸਟੈਂਡਰਡ ਫਾਰਮ ਹੈ। ਸਟੈਂਡਰਡ ਫਾਰਮ ਦਾ ਇਹ ਫਾਇਦਾ ਹੁੰਦਾ ਹੈ ਕਿ ਇਹਦੇ ਨਾਲ ਆਪਾਂ ਨੂੰ ਡਿਗਰੀ ਲੱਭਣ ਵਿੱਚ ਤੇ ਲੀਡਿੰਗ ਕੋਐਫੀਸ਼ੀਐਂਟ ਲੱਭਣ ਵਿੱਚ ਆਸਾਨੀ ਹੁੰਦੀ ਹੈ। ਜਦੋਂ ਤੁਸੀਂ ਕਿਸੇ ਵੀ ਵੱਡੇ ਪੋਲੀਨੋਮੀਅਲ ਨੂੰ ਸਟੈਂਡਰਡ ਫਾਰਮ ਵਿੱਚ ਅਰੇਂਜ ਕਰ ਦਿੰਦੇ ਹੋ, ਤੁਹਾਨੂੰ ਪਤਾ ਹੈ ਕਿ ਫਰਸਟ ਟਰਮ ਜਿਹੜੀ ਹੈ ਉਸ ਵਿੱਚ ਮੌਜੂਦ ਵੇਰੀਏਬਲ ਦੀ ਪਾਵਰ ਕੀ ਹੋਏਗੀ, ਆਪਣੇ ਕੋਲ ਡਿਗਰੀ ਹੋਏਗੀ। ਇਸ ਦੀ ਡਿਗਰੀ ਕਿੰਨੀ ਹੈ 3, ਤੇ ਉਸ ਟਰਮ ਵਿੱਚ ਮੌਜੂਦ ਜਿਹੜਾ ਕੋਐਫੀਸ਼ੀਐਂਟ ਹੈ ਉਹ ਆਪਣੇ ਕੋਲ ਕੀ ਹੋਏਗਾ, ਲੀਡਿੰਗ ਕੋਐਫੀਸ਼ੀਐਂਟ ਆਫ ਦੀ ਪੋਲੀਨੋਮੀਅਲ, ਸਭ ਤੋਂ ਅੱਗੇ ਵਾਲਾ ਕੋਐਫੀਸ਼ੀਐਂਟ 4। ਸੋ ਇਹ ਸਟੈਂਡਰਡ ਫਾਰਮ ਹੈ ਕਿਸੇ ਵੀ ਪੋਲੀਨੋਮੀਅਲ ਦੀ। ਸੋ ਅੱਜ ਦਾ ਲੈਕਚਰ ਆਪਾਂ ਇੱਥੇ ਹੀ ਕਨਕਲੂਡ ਕਰਦੇ ਹਾਂ। ਥੈਂਕ ਯੂ।